ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ 'ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ 'ਤੇ ਜੁੜ ਕੇ ਗੁਰੂ ਦੀ ਬਾਣੀ ਰਾਹੀਂ ਆਪਣੇ ਜੀਵਨ ਨੂੰ ਸਵਾਰਨ ਦਾ ਨਿਮਾਣਾ ਜਿਹਾ ਉਪਰਾਲਾ ਯਤਨ ਕਰ ਰਹੇ ਹਾਂ। ਸਤਿਗੁਰੂ ਸੋਝੀ ਬਖਸ਼ਦੇ ਨੇ ਕਿ ਇਸ ਸੰਸਾਰ ਅੰਦਰ ਇਸ ਸੰਸਾਰ ਦੇ ਲੋਕ ਹਮੇਸ਼ਾ ਕਿਸੇ ਨਾ ਕਿਸੇ ਐਸੀ ਵਸਤੂ ਦੀ ਤਲਾਸ਼ ਵਿੱਚ ਰਹਿੰਦੇ ਨੇ ਜਿਹੜੀ ਬਹੁਤ ਕੀਮਤੀ ਹੋਵੇ, ਅਨਮੋਲ ਹੋਵੇ, ਜਿਹਦੇ ਨਾਲ ਜੀਵਨ ਦੀ ਦਰਿਦਰਤਾ ਦੂਰ ਹੋ ਜਾਏ, ਜੀਵਨ ਦੇ ਵਿੱਚ ਸੁੱਖ ਆਰਾਮ ਭਰੀ ਜ਼ਿੰਦਗੀ, ਲਗਜ਼ਰੀ ਲਾਈਫ ਤੇ ਹੋਰ ਸਭ ਸੁੱਖ ਸਹੂਲਤਾਂ ਮਿਲ ਜਾਣ। ਐਸੀ ਵਸਤੂ ਜਿਸ ਨੂੰ ਆਮ ਲੋਕ ਇਸ ਸੰਸਾਰ ਵਿੱਚ ਖਜ਼ਾਨਾ ਕਹਿੰਦੇ ਨੇ, ਕਿ ਖਜ਼ਾਨਾ ਮਿਲ ਜਾਏ, ਕੋਈ ਟ੍ਰੇਜ਼ਰ, ਕਿ ਕੋਈ ਟ੍ਰੇਜ਼ਰ, ਕੋਈ ਖਜ਼ਾਨਾ, ਹੀਰੇ ਜਵਾਹਰਾਤ ਨਾਲ ਭਰਿਆ ਹੋਇਆ ਕੋਈ ਕਮਰਾ, ਕੋਈ ਗੁਫਾ ਜਿੱਥੇ ਸੋਨਾ, ਹੀਰੇ, ਮੋਤੀ, ਇਸ ਤਰ੍ਹਾਂ ਦੀਆਂ ਅਨਮੋਲ ਚੀਜ਼ਾਂ ਹੋਣ। ਬੰਦੇ ਦੇ ਮਨ ਅੰਦਰ ਇਸ ਚੀਜ਼ ਦੀ ਇੱਛਾ ਜ਼ਾਹਰ ਤੌਰ 'ਤੇ ਤਾਂ ਨਜ਼ਰ ਨਹੀਂ ਆਉਂਦੀ, ਪਰ ਜੇ ਕਿਧਰੇ ਕਿਸੇ ਨੂੰ ਇਹ ਚੀਜ਼ ਹਾਸਲ ਹੋਵੇ ਜਾਂ ਮੌਕਾ ਮਿਲੇ ਹਾਸਲ ਕਰਨ ਦਾ, ਤਾਂ ਕੋਈ ਛੱਡਣਾ ਨਹੀਂ ਚਾਹੇਗਾ, ਕਿਉਂਕਿ ਇੰਨੀ ਦੌਲਤ ਨੂੰ ਕੌਣ ਤਿਆਗਣਾ ਚਾਹੁੰਦਾ। ਹੀਰੇ ਮੋਤੀ, ਸੋਨੇ ਚਾਂਦੀ ਦੇ ਜਵਾਹਰਾਤ, ਕੀਮਤੀ ਵਸਤੂਆਂ, ਇਹਨੂੰ ਕੌਣ ਤਿਆਗਣਾ ਚਾਹੇਗਾ? ਕੋਈ ਨਹੀਂ ਛੱਡਣਾ ਚਾਹੁੰਦਾ। ਪਰ ਗੁਰਮੁਖ ਉਹਦੇ ਕੋਲ ਜੋ ਖਜ਼ਾਨਾ ਹੈ, ਉਸ ਖਜ਼ਾਨੇ ਦੇ ਸਾਹਮਣੇ ਇਸ ਖਜ਼ਾਨੇ ਦੀ ਕੋਈ ਕੀਮਤ ਨਹੀਂ ਹੈ। ਇਹ ਉਹਦੇ ਸਾਹਮਣੇ ਇੰਝ ਹੈ ਜਿਵੇਂ ਹੀਰੇ ਦੇ ਸਾਹਮਣੇ ਕੌਡੀਆਂ ਪਈਆਂ ਹੋਣ। ਭਗਤ ਦੇ ਕੋਲ ਜੋ ਖਜ਼ਾਨਾ ਹੈ, ਗੁਰਮੁਖ ਕੋਲ ਜੋ ਦੌਲਤ ਹੈ, ਉਸ ਦੌਲਤ ਦੇ ਸਾਹਮਣੇ ਦੁਨੀਆ ਦੀ ਦੌਲਤ ਫਿੱਕੀ ਪੈ ਜਾਂਦੀ ਹੈ, ਬੇਅਰਥ। ਇੰਝ ਸਮਝੋ ਜਿਵੇਂ ਸੂਰਜ ਦੇ ਸਾਹਮਣੇ ਇੱਕ ਮਾਮੂਲੀ ਜਿਹਾ ਦੀਵਾ। ਦੀਵੇ ਦੀ ਕੀ ਹੈਸੀਅਤ ਹੈ ਸੂਰਜ ਦੀ ਲਾਈਟ ਦੇ, ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ?
ਬਿਲਕੁਲ ਐਸਾ। ਗੁਰਮੁਖ ਦੇ ਕੋਲ, ਭਗਤ ਦੇ ਕੋਲ, ਫਕੀਰ ਦੇ ਕੋਲ ਜੋ ਖਜ਼ਾਨਾ ਹੈ, ਉਸ ਖਜ਼ਾਨੇ ਦੇ ਸਾਹਮਣੇ ਦੁਨੀਆ ਭਰ ਦੀ ਦੌਲਤ, ਦੁਨੀਆ ਭਰ ਦੇ ਖਜ਼ਾਨੇ ਬੇਅਰਥ ਨੇ, ਬੇਕਾਰ ਨੇ। ਇਸ ਲਈ ਸਤਿਗੁਰੂ ਸੋਝੀ ਬਖਸ਼ਦੇ ਨੇ। ਸਤਿਗੁਰੂ ਕਹਿੰਦੇ ਇਹ ਨਾਮ ਦਾ ਨਿਧਾਨ ਹੀ ਅਸਲ ਵਿੱਚ ਖਜ਼ਾਨਾ ਹੁੰਦਾ ਹੈ। ਇਹੀ ਅਸਲ ਵਿੱਚ ਅਨਮੋਲ ਹੈ। ਸਾਨੂੰ ਹੋ ਸਕਦਾ ਹੈ ਇਸ ਦਾ ਹਾਲੇ ਅਹਿਸਾਸ ਨਾ ਹੋਵੇ, ਕਿਉਂਕਿ ਅਸੀਂ ਇਸ ਨਾਮ ਰੂਪੀ ਨਿਧਾਨ ਤੋਂ ਵਾਕਫ ਨਹੀਂ ਹਾਂ। ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਰੱਬ ਦਾ ਨਾਮ ਉਹ ਕਿਵੇਂ ਨਿਧਾਨ ਹੋ ਸਕਦਾ ਹੈ, ਕਿਵੇਂ ਖਜ਼ਾਨਾ ਹੋ ਸਕਦਾ ਹੈ। ਸਾਡੀ ਬੁੱਧੀ ਵਿੱਚ ਇਹ ਗੱਲ ਛੇਤੀ ਕਿਤੇ ਆਉਂਦੀ ਨਹੀਂ, ਸਾਡੀ ਸਮਝ ਵਿੱਚ ਨਹੀਂ ਆਉਂਦੀ। ਅਸੀਂ ਲੋਕ ਜੋ ਸਾਡੇ ਸਾਹਮਣੇ ਹੈ, ਪ੍ਰਤੱਖ ਹੈ, ਅਸੀਂ ਉਸੇ ਨੂੰ ਜਾਣਦੇ ਹਾਂ, ਉਸ ਤੋਂ ਬਿਨਾਂ ਨਹੀਂ। ਤੇ ਅਕਸਰ ਅਸੀਂ ਲੋਕ ਕਹਿੰਦੇ ਹਾਂ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਦੌਲਤ ਪ੍ਰਤੱਖ ਹੈ, ਚੀਜ਼ਾਂ ਪ੍ਰਤੱਖ ਨੇ, ਰੂਪ ਰੰਗ ਪ੍ਰਤੱਖ ਹੈ, ਰੁਤਬੇ ਅਹੁਦੇ ਪ੍ਰਤੱਖ ਨੇ, ਇਸ ਲਈ ਬੰਦਾ ਇਹਨਾਂ ਵੱਲ ਨੂੰ ਭੱਜਦਾ। ਜਿਸ ਦੌਲਤ ਦੀ ਗੱਲ ਗੁਰਬਾਣੀ ਕਰਦੀ ਹੈ ਉਹ ਪ੍ਰਤੱਖ ਨਹੀਂ ਹੈ। ਵੀ ਤੁਸੀਂ ਗੁਰੂ ਦੇ ਦਰ ਆਓ, ਗੁਰੂ ਦੇ ਕੋਲੋਂ ਹੱਥ ਅੱਡ ਕੇ ਮੰਗੋ ਤੇ ਉਸ ਨੂੰ ਲੈ ਕੇ ਘਰ ਵਾਪਸ ਮੁੜ ਜਾਓ। ਇਹ ਦੁਨਿਆਵੀ ਦੌਲਤ ਜੈਸਾ ਜਾਂ ਆਮ ਚੀਜ਼ਾਂ ਜੈਸਾ ਨਹੀਂ ਹੈ, ਇੰਨਾ ਆਸਾਨ ਨਹੀਂ ਹੈ। ਇਸ ਲਈ ਸਾਡੇ ਮਨ ਅੰਦਰ ਉਹਦੀ ਇੱਛਾ ਵੀ ਨਹੀਂ ਹੁੰਦੀ। ਸਾਡੇ ਮਨ ਅੰਦਰ ਜੋ ਸਾਨੂੰ ਉਚਿਤ ਲੱਗਦਾ ਹੈ, ਜੋ ਸਾਨੂੰ ਅਨਮੋਲ ਲੱਗਦਾ ਹੈ, ਅਸੀਂ ਉਹੀ ਮੰਗਦੇ ਹਾਂ। ਇਸ ਲਈ ਗੁਰੂ ਦੇ ਕੋਲੋਂ ਸਾਡੀਆਂ ਮੰਗਾਂ ਦੁਨਿਆਵੀ ਹੁੰਦੀਆਂ, ਸੰਸਾਰਕ ਹੁੰਦੀਆਂ। ਉਹ ਮੰਗਾਂ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਨੇ, ਧੀਆਂ ਪੁੱਤ, ਪੈਸਾ, ਦੌਲਤ, ਸ਼ੌਹਰਤ, ਮਾਣ, ਵਡਿਆਈ, ਇਹੀ ਕੁਛ। ਇਸ ਲਈ ਇਹੀ ਕੁਛ ਗੁਰੂ ਦੇ ਕੋਲੋਂ ਅਸੀਂ ਮੰਗਦੇ ਹਾਂ। ਉਸ ਖਜ਼ਾਨੇ ਦਾ ਸਾਨੂੰ ਪਤਾ ਨਹੀਂ ਹੈ, ਉਸ ਦੌਲਤ ਦਾ, ਉਸ ਸ਼ੌਹਰਤ ਦਾ, ਉਸ ਰੁਤਬੇ ਦਾ, ਉਸ ਮਾਣ ਵਡਿਆਈ ਦਾ ਸਾਨੂੰ ਪਤਾ ਨਹੀਂ। ਇਹ ਉਹਦੀ ਬਖਸ਼ਿਸ਼ ਨਾਲ ਮਿਲਦੀ ਹੈ, ਉਹ ਤਰੁੱਠ ਕੇ ਦਿੰਦਾ, ਪ੍ਰਸੰਨ ਹੋ ਕੇ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਇਸ ਨੂੰ ਪਾਇਆ ਜਾਂਦਾ ਹੈ। ਨਾਨਕ ਨਾਮ ਨਿਧਾਨ ਹੈ। ਹੇ ਨਾਨਕ, ਵਾਹਿਗੁਰੂ ਦਾ ਨਾਮ ਹੀ ਅਸਲ ਵਿੱਚ ਨਿਧਾਨ ਹੈ, ਖਜ਼ਾਨਾ ਹੈ। ਗੁਰਮੁਖ ਪਾਇਆ ਜਾਏ, ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਬਣ ਕੇ ਪਾਇਆ ਜਾਂਦਾ ਹੈ। ਚੀਜ਼ਾਂ ਤਾਂ ਕੋਈ ਵੀ ਪ੍ਰਾਪਤ ਕਰ ਲਵੇਗਾ, ਵਸਤੂਆਂ ਤਾਂ ਕੋਈ ਵੀ ਹਾਸਲ ਕਰ ਲਏਗਾ। ਇਸ ਲਈ ਇਸ ਗੱਲ ਦਾ ਗਰੂਰ ਕਰਨਾ ਕਿ ਮੇਰੇ ਕੋਲ ਦੌਲਤ ਹੈ ਤੇ ਦੂਸਰਾ ਹਾਸਲ ਨਹੀਂ ਕਰ ਸਕਦਾ, ਇਹ ਤਾਂ ਮੂਰਖਤਾ ਭਰੀ ਗੱਲ ਹੁੰਦੀ ਹੈ। ਮੇਰੇ ਕੋਲ ਅੱਜ ਇਹ ਚੀਜ਼ ਹੈ, ਦੂਸਰੇ ਕੋਲ ਹੋ ਨਹੀਂ ਸਕਦੀ, ਇਹ ਕੋਈ ਸਿਆਣਪ ਦਾ ਲੱਛਣ ਨਹੀਂ ਹੈ। ਕਿਉਂਕਿ ਅੱਜ ਕੋਈ ਚੀਜ਼ ਤੁਹਾਡੇ ਕੋਲ ਹੈ, ਕੱਲ੍ਹ ਨੂੰ ਦੂਸਰੇ ਕੋਲ ਵੀ ਹੋ ਸਕਦੀ ਹੈ। ਕਿਉਂਕਿ ਦੁਨਿਆਵੀ ਵਸਤੂਆਂ ਹਾਸਲ ਕਰ ਲੈਣਾ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ। ਕੋਈ ਵੀ ਹਾਸਲ ਕਰ ਸਕਦਾ ਹੈ, ਕੋਈ ਵੀ। ਮਾਣ ਵਡਿਆਈ, ਘਰ-ਬਾਰ, ਜ਼ਮੀਨ ਜਾਇਦਾਦ, ਕੋਈ ਵੀ ਹਾਸਲ ਕਰ ਸਕਦਾ ਹੈ। ਜਿਹਦੇ ਕੋਲ 4 ਪੈਸੇ ਹੋਣਗੇ, ਜਿਹੜਾ ਪੈਸੇ ਕਮਾ ਲਏਗਾ, ਉਹ ਇਹਨਾਂ ਚੀਜ਼ਾਂ ਨੂੰ ਹਾਸਲ ਕਰ ਲਏਗਾ, ਉਹ ਇਹਨਾਂ ਨੂੰ ਹਾਸਲ ਕਰ ਲਏਗਾ।
ਇਸ ਲਈ ਇਹ ਦਾਅਵਾ ਨਹੀਂ ਕਦੇ ਕਰਨਾ ਚਾਹੀਦਾ ਕਿ ਜੋ ਮੈਂ ਹਾਸਲ ਕਰ ਲਿਆ ਉਹ ਕੋਈ ਹੋਰ ਨਹੀਂ ਕਰ ਸਕਦਾ। ਇਸ ਦੁਨੀਆ ਵਿੱਚ ਬੜੇ ਲੋਕ ਆਏ, ਇਸ ਜਗਤ ਵਿੱਚ ਬਹੁਤ ਆਏ ਜਿਨ੍ਹਾਂ ਨੇ ਐਸਾ ਦਾਅਵਾ ਕੀਤਾ, ਤੇ ਉਹ ਸਭ ਐਸੇ ਝੂਠੇ ਦਾਅਵੇ ਕਰ ਕਰਕੇ ਦੁਨੀਆ ਤੋਂ ਤੁਰ ਗਏ। ਤੇ ਇਹ ਹੰਕਾਰ ਦੇ ਝੂਠੇ ਦਾਅਵਿਆਂ ਤੋਂ ਵੱਧ ਕੇ ਹੋਰ ਕੁਝ ਨਹੀਂ ਸੀ। ਪਰ ਜਿਸ ਨਿਧਾਨ ਦੀ, ਜਿਸ ਵਸਤੂ ਦੀ ਗੱਲ ਗੁਰੂ ਕਰਦਾ ਹੈ, ਇਹ ਸਭ ਨੂੰ ਨਸੀਬ ਨਹੀਂ ਹੁੰਦੀ। ਇਹ ਸਭ ਦੇ ਭਾਗਾਂ ਵਿੱਚ ਨਹੀਂ ਹੈ। ਬਾਕੀ ਸਭ ਚੀਜ਼ਾਂ ਹੋ ਸਕਦਾ ਸਭ ਦੇ ਭਾਗਾਂ ਵਿੱਚ ਹੋਣ, ਕਿਸੇ ਦੇ ਘੱਟ, ਕਿਸੇ ਦੇ ਬਹੁਤੀਆਂ, ਕਿਸੇ ਦੇ ਜ਼ਿਆਦਾ। ਇਸ ਲਈ ਇਹ ਧਨ, ਇਹ ਦੌਲਤ, ਇਹ ਉਹਦੀ ਬਖਸ਼ਿਸ਼ ਤੋਂ ਬਿਨਾਂ ਹਾਸਲ ਨਹੀਂ ਹੁੰਦੀ। ਜਦੋਂ ਅਸੀਂ ਗੁਰੂ ਦੇ ਸਨਮੁਖ ਹੁੰਦੇ ਹਾਂ, ਜਦੋਂ ਅਸੀਂ ਗੁਰੂ ਦੇ ਸਨਮੁਖ ਹੁੰਦੇ ਹਾਂ, ਗੁਰੂ ਦੇ ਸਨਮੁਖ ਹੋਣ ਦਾ ਮਤਲਬ ਸਿਰਫ ਇੰਨਾ ਕੁ ਨਹੀਂ ਹੈ ਕਿ ਗੁਰੂ ਦੇ ਸਾਹਮਣੇ ਬਹਿ ਜਾਣਾ। ਲੋਕ ਆਖਦੇ ਨੇ ਕਿ ਗੁਰੂ ਦੇ ਸਨਮੁਖ ਹੋਣ ਦਾ ਮਤਲਬ ਗੁਰੂ ਦੇ ਸਾਹਮਣੇ ਬਹਿਣਾ। ਸਾਹਮਣੇ ਬੈਠਣਾ ਨਹੀਂ। ਇਹ ਤਾਂ ਇੱਕ ਉਪਰੀ ਅਰਥ ਕਹਿ ਸਕਦੇ ਆ ਕਿ ਹਾਂ ਜੀ ਬੰਦਾ ਗੁਰੂ ਦੇ ਬਿਲਕੁਲ ਸਾਹਮਣੇ ਬੈਠਾ ਜੀ। ਔਰ ਗੁਰੂ ਦੇ ਸਨਮੁਖ ਹੋਣ ਦਾ ਮਤਲਬ ਤੁਸੀਂ ਭਾਵੇਂ ਗੁਰੂ ਤੋਂ ਦੂਸਰੇ ਪਾਸੇ ਨੂੰ ਵੀ ਮੂੰਹ ਕਰਕੇ ਬੈਠੇ ਹੋਵੋ, ਪਿੱਠ ਵੀ ਕਰ ਲਵੋ, ਪਰ ਤੁਹਾਡਾ ਮਨ ਗੁਰੂ ਦੇ ਸਨਮੁਖ ਹੋਵੇ। ਤੁਸੀਂ ਇੱਥੋਂ ਪਿੱਠ ਕਰਕੇ ਘਰ ਨੂੰ ਚਲੇ ਜਾਓ, ਪਰ ਤੁਹਾਡਾ ਮਨ ਹਮੇਸ਼ਾ ਸਨਮੁਖ ਰਵੇ। ਮਨ ਕਦੇ ਵੀ ਗੁਰੂ ਵੱਲੋਂ ਪਿੱਠ ਨਾ ਫਰੇ, ਮੂੰਹ ਨਾ ਮੋੜੇ। ਹਮੇਸ਼ਾ ਗੁਰੂ ਦੀ ਆਗਿਆ ਵਿੱਚ, ਗੁਰੂ ਦੇ ਹੁਕਮ ਵਿੱਚ ਚੱਲੇ। ਜੋ ਗੁਰੂ ਕਹੇ ਉਹ ਕਰੇ। ਇਹਨੂੰ ਸਨਮੁਖ ਹੋਣਾ ਕਹਿੰਦੇ ਨੇ। ਇਹ ਹੁੰਦਾ ਸਨਮੁਖ ਹੋਣਾ। ਸਨਮੁਖ ਬੈਠਣਾ ਸਨਮੁਖ ਹੋਣਾ ਨਹੀਂ ਹੁੰਦਾ। ਬਹੁਤ ਸਾਰੇ ਲੋਕ ਗੁਰੂ ਦੇ ਸਨਮੁਖ ਹੁੰਦੇ ਨੇ ਪਰ ਗੁਰੂ ਦਾ ਹੁਕਮ ਮੰਨਦੇ ਨਹੀਂ, ਗੁਰੂ ਦੀ ਗੱਲ ਮੰਨਦੇ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਨਾਮ ਰੂਪੀ ਨਿਧਾਨ ਉਹਨਾਂ ਨੂੰ ਹਾਸਲ ਹੁੰਦਾ ਹੈ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋਣਾ ਜਾਣ ਲਿਆ। ਜਿਹੜੇ ਗੁਰੂ ਦੇ ਸਨਮੁਖ ਹੋਏ ਅਤੇ ਗੁਰੂ ਦੇ ਹੁਕਮ ਮੁਤਾਬਕ ਚੱਲ ਪਏ, ਗੁਰਮੁਖ ਹੋ ਗਏ, ਉਹਨਾਂ ਨੂੰ ਇਹ ਨਾਮ ਰੂਪੀ ਨਿਧਾਨ ਗੁਰੂ ਨੇ ਬਖਸ਼ਿਆ। ਉਹਨਾਂ ਨੂੰ ਬਖਸ਼ਿਆ। ਗੁਰੂ ਦੇ ਸਨਮੁਖ ਹੋ ਕੇ ਬੰਦੇ ਨੂੰ ਸੁੱਝ ਹੀ ਆਉਂਦੀ ਹੈ। ਜਦੋਂ ਤੁਸੀਂ ਗੁਰੂ ਦੇ ਨਾਲ ਜੁੜੋਗੇ ਤਾਂ ਕੁਝ ਚੀਜ਼ਾਂ ਦਾ ਗਿਆਨ ਉਹ ਆਪਣੇ ਆਪ ਆਉਂਦਾ ਹੈ। ਕੁਝ ਚੀਜ਼ਾਂ ਅਸੀਂ ਗੁਰੂ ਦੇ ਕੋਲ ਬਹਿ ਕੇ ਸਿੱਖਦੇ ਹਾਂ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੀ ਬਾਣੀ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ। ਕੁਝ ਚੀਜ਼ਾਂ ਸਾਡੀ ਸਮਝ ਰਾਹੀਂ ਪੈਦਾ ਹੁੰਦੀਆਂ, ਉਹਨੂੰ ਅਸੀਂ ਆਮ ਭਾਸ਼ਾ ਵਿੱਚ ਸੂਝ ਕਹਿੰਦੇ ਹਾਂ, ਸਿਆਣਪ ਕਹਿ ਲਓ ਜਾਂ ਮੈਚਿਓਰਿਟੀ ਕਹਿ ਲਓ, ਕਿ ਬੰਦਾ ਮੈਚਿਓਰ ਹੁੰਦਾ ਜਾਂਦਾ, ਸਮਝਦਾਰ ਹੁੰਦਾ ਜਾਂਦਾ ਹੈ। ਕਿਵੇਂ ਹੁੰਦਾ? ਕਿਉਂਕਿ ਉਹਨੇ ਗੁਰੂ ਦਾ ਉਪਦੇਸ਼ ਸੁਣਿਆ, ਉਸਨੇ ਗੁਰੂ ਦੀ ਗੱਲ ਨੂੰ ਜਾਣਿਆ, ਸਮਝਿਆ ਤੇ ਉਹਦੇ ਮੁਤਾਬਕ ਤੁਰਨਾ ਸ਼ੁਰੂ ਕੀਤਾ। ਉਹਦੇ ਅੰਦਰ ਮੈਚਿਓਰਿਟੀ ਆਪਣੇ ਆਪ ਆਉਣ ਲੱਗੀ। ਜਿਹੜਾ ਗੁਰੂ ਦੇ ਕੋਲ ਐਟਮੋਸਫੇਅਰ ਹੈ, ਗੁਰੂ ਦੀ ਮੌਜੂਦਗੀ ਹੈ, ਉੱਥੇ ਇੱਕ ਵੱਖਰਾ ਜਿਹਾ ਮਾਹੌਲ ਬਣਦਾ ਹੈ। ਉਸ ਦਾ ਸਾਡੇ ਮਨ 'ਤੇ ਅਸਰ ਹੁੰਦਾ ਹੈ। ਤੇ ਜਦੋਂ ਇਸ ਤਰ੍ਹਾਂ ਅਸੀਂ ਗੁਰੂ ਦੇ ਸਨਮੁਖ ਹੁੰਦੇ ਹਾਂ ਤਾਂ ਸਾਨੂੰ ਸੁੱਝ ਹੀ ਆਉਂਦੀ ਹੈ, ਗਿਆਨ ਹੁੰਦਾ ਹੈ ਕਿ ਜੋ ਚੀਜ਼ਾਂ
ਸਾਡੀ ਨਿਗਾਹ ਵਿੱਚ ਕੀਮਤੀ ਨੇ ਜਾਂ ਜਿਨ੍ਹਾਂ ਨੂੰ ਅਸੀਂ ਕੀਮਤੀ ਸਮਝਦੇ ਹਾਂ, ਉਹ ਕੀਮਤੀ ਸਿਰਫ ਇੱਕ ਅਰਥ ਵਿੱਚ ਨੇ ਕਿ ਉਹਨਾਂ ਨਾਲ ਦੁਨਿਆਵੀ ਚੀਜ਼ਾਂ ਖਰੀਦੀਆਂ ਜਾ ਸਕਦੀਆਂ, ਬਸ। ਕਿ ਪੈਸਾ ਉਸ ਦੇ ਨਾਲ ਦੁਨੀਆ ਭਰ ਦੀਆਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ, ਬਸ। ਇਸ ਤੋਂ ਵੱਧ ਕੇ ਪੈਸੇ ਦੀ ਕੋਈ ਕੀਮਤ ਨਹੀਂ ਹੈ, ਹੋਰ ਕੁਛ ਵੀ ਨਹੀਂ। ਲੋਕ ਸੋਨਾ ਇਕੱਠਾ ਕਰਦੇ ਨੇ, ਸੋਨਾ ਜੋੜਦੇ ਨੇ, ਜਮ੍ਹਾਂ ਕਰਦੇ ਨੇ, ਕਿਉਂ? ਕਿ ਕੱਲ੍ਹ ਨੂੰ ਜ਼ਰੂਰਤ ਪਏਗੀ ਤਾਂ ਵੇਚ ਲਵਾਂਗੇ, ਵੇਚ ਕੇ ਜੋ ਜ਼ਰੂਰਤ ਹੋਏਗੀ ਉਹ ਖਰੀਦ ਲਵਾਂਗੇ। ਇਸ ਲਈ ਉਹ ਕੀ ਹੈ? ਪੈਸਾ। ਉਹਦੀ ਕੀਮਤ ਸਿਰਫ ਇੰਨੀ ਹੈ ਕਿ ਉਹਦੇ ਬਦਲੇ ਵਿੱਚ ਕੁਛ ਲਿਆ ਜਾ ਸਕਦਾ ਹੈ। ਪੈਸਾ ਦੇ ਕੇ ਉਹਦੇ ਬਦਲੇ ਵਿੱਚ ਕੁਛ ਲੈ ਸਕਦੇ ਹੋ ਤੁਸੀਂ, ਉਹਦੇ ਬਦਲੇ ਵਿੱਚ ਕੁਛ ਖਰੀਦ ਸਕਦੇ ਹੋ, ਬਸ। ਇਸ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ ਹੈ। ਇਸ ਲਈ ਜਿਹਨੂੰ ਇਹ ਸੋਝੀ ਆ ਗਈ ਕਿ ਇਹ ਪੈਸਾ ਸਿਰਫ ਤੇ ਸਿਰਫ ਚੀਜ਼ਾਂ ਖਰੀਦ ਕੇ ਦੇ ਸਕਦਾ ਹੈ, ਹੋਰ ਕੁਛ ਵੀ ਨਹੀਂ, ਤਦੋਂ ਇਹਦੇ ਨਾਲ ਮੋਹ ਨਹੀਂ ਰਹਿੰਦਾ। ਸੋਝੀ ਆਈ ਤਾਂ ਮੋਹ ਗਿਆ, ਸੋਝੀ ਆਈ ਤਾਂ ਲੋਭ ਗਿਆ। ਜਦ ਤੱਕ ਸੋਝੀ ਨਹੀਂ ਹੈ ਤਦ ਤੱਕ ਮੋਹ ਤੇ ਮਾਇਆ ਰਹੇਗੀ ਹੀ ਰਹੇਗੀ, ਤਦੋਂ ਤੱਕ ਲੋਭ ਰਹੇਗਾ ਹੀ। ਲੋਭ ਦੇ ਟਿਕੇ ਰਹਿਣ ਦਾ ਸਿਰਫ ਇੱਕ ਕਾਰਨ ਹੈ, ਅਗਿਆਨਤਾ, ਬਸ। ਹੋਰ ਕੋਈ ਕਾਰਨ ਨਹੀਂ ਹੈ ਲੋਭ ਦੇ, ਮੋਹ ਦੇ, ਹੰਕਾਰ ਦੇ, ਕਾਮ ਦੇ, ਕ੍ਰੋਧ ਦੇ ਟਿਕਣ ਦਾ। ਇਹ ਸਾਨੂੰ ਲੱਗਦੇ ਨੇ ਕਿ ਕਾਮ ਕ੍ਰੋਧ ਬਹੁਤ ਤਕੜੇ ਨੇ ਜੀ। ਕਿਉਂ ਲੱਗਦੇ ਨੇ? ਕਿਉਂਕਿ ਸਾਡੇ ਕੋਲ ਗਿਆਨ ਨਹੀਂ ਹੈ, ਇਹਨਾਂ ਦੇ ਵਿੱਚ ਕੋਈ ਤਾਕਤ ਨਹੀਂ ਹੈ। ਇਹਨਾਂ ਕੋਲ ਇੱਕੋ ਹੀ ਤਾਕਤ ਹੈ, ਅਗਿਆਨਤਾ। ਬੰਦੇ ਦਾ ਅਗਿਆਨ ਹੀ ਇਹਨਾਂ ਦੀ ਤਾਕਤ ਹੈ, ਬਸ। ਜਿਵੇਂ ਸਰਕਾਰਾਂ ਦੀ ਇੱਕੋ ਹੀ ਤਾਕਤ ਹੁੰਦੀ ਹੈ, ਲੋਕੀ ਅਗਿਆਨੀ ਰਹਿਣ, ਬਸ। ਕਿਉਂਕਿ ਜਿਸ ਦਿਨ ਉਹ ਆਪਣੇ ਹੱਕਾਂ ਤੋਂ ਜਾਣੂ ਹੋ ਜਾਂਦੇ ਨੇ, ਜਿਸ ਦਿਨ ਉਹਨਾਂ ਨੂੰ ਸਮਝ ਹੋ ਜਾਂਦੀ ਹੈ, ਜਿਸ ਦਿਨ ਉਹਨਾਂ ਦੇ ਕੋਲ ਐਜੂਕੇਸ਼ਨ ਹੋ ਜਾਂਦੀ ਹੈ, ਉਸ ਦਿਨ ਸਰਕਾਰ ਦਾ ਬਸ ਨਹੀਂ ਚੱਲਦਾ ਫਿਰ। ਇਸ ਲਈ ਸਰਕਾਰਾਂ ਹਮੇਸ਼ਾ ਲੋਕਾਂ ਨੂੰ ਉਹ ਉਲਝਾਈ ਰੱਖਦੀਆਂ ਕਿ ਇਹਨਾਂ ਨੂੰ ਮੁਫਤ ਦਿਓ ਸਭ ਕੁਛ, ਆਟਾ ਦਿਓ, ਦਾਲਾਂ ਦਿਓ, ਇਹਨਾਂ ਨੂੰ ਫ੍ਰੀ ਚੀਜ਼ਾਂ ਦਿਓ, ਕਿ ਇਹ ਲੋਕ ਉੱਥੇ ਉਲਝੇ ਰਹਿਣ, ਇਹ ਉਲਝੇ ਰਹਿਣ। ਇਸੇ ਤਰ੍ਹਾਂ ਕਾਮ ਕ੍ਰੋਧ ਹੈ ਕਿ ਸਾਨੂੰ ਗਿਆਨ ਨਹੀਂ ਹੈ, ਸੋਝੀ ਨਹੀਂ ਹੈ, ਤੇ ਅਸੀਂ ਲੋਕ ਕਦੀ ਕਾਮ ਵਿੱਚ, ਕਦੀ ਕ੍ਰੋਧ ਵਿੱਚ, ਕਦੀ ਲੋਭ ਵਿੱਚ ਫਸੇ ਰਹਿੰਦੇ ਹਾਂ। ਇਹ ਸਾਨੂੰ ਹਮੇਸ਼ਾ ਹੀ ਭਟਕਾਈ ਰੱਖਦੇ। ਕਾਮ ਕਹਿੰਦਾ ਹੈ ਕਿ ਇਸ ਵਾਸਨਾ ਦੇ ਵਿੱਚ ਬੜਾ ਰਸ ਹੈ, ਲੋਭ ਕਹਿੰਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਤੇਰੀਆਂ ਹੋ ਜਾਣ, ਮੋਹ ਕਹਿੰਦਾ ਹੈ ਕਿ ਇਹੀ, ਇਹ ਮੇਰਾ, ਆ ਮੇਰਾ, ਉਹ ਮੇਰਾ, ਤੇ ਹੰਕਾਰ ਕਹਿੰਦਾ ਮੈਂ ਹੀ ਮੈਂ ਹਾਂ। ਗੱਲ ਕੀ? ਸਿਰਫ ਇੱਕ ਚੀਜ਼ ਦੀ ਘਾਟ, ਗਿਆਨ। ਜਿਸ ਦਿਨ ਗਿਆਨ ਹੋਇਆ ਇਹ ਗਏ, ਜਿਸ ਦਿਨ ਚਾਨਣ ਹੁੰਦਾ ਹਨੇਰਾ ਗਿਆ। ਹਨੇਰੇ ਨੂੰ ਜਾਣ ਨੂੰ ਸਾਲ ਨਹੀਂ ਲੱਗਦੇ। ਕਿਸੇ ਗੁਫਾ ਵਿੱਚ ਹਜ਼ਾਰਾਂ ਸਾਲਾਂ ਤੋਂ ਹਨੇਰਾ ਹੋਵੇ, ਕਿ ਉਸ ਹਨੇਰੇ ਨੂੰ ਦੂਰ ਹੋਣ ਲਈ ਵੀ 1000 ਸਾਲ ਲੱਗਣਗੇ? ਕਦੀ ਵੀ ਨਹੀਂ। ਸਿਰਫ ਜਿੰਨਾ ਸੈਕਿੰਡ ਦੀਵਾ ਬਲਣ ਨੂੰ ਲੱਗਦਾ, ਜਿੰਨਾ ਸਮਾਂ, ਓਨਾ ਸਮਾਂ ਲੱਗੇਗਾ ਹਨੇਰੇ ਨੂੰ ਜਾਣ ਨੂੰ। ਕਾਮ ਕ੍ਰੋਧ ਨੇ ਸਾਡੀ ਜਵਾਨੀ ਖਾ ਲਈ ਹੋਵੇਗੀ, ਹੋ ਸਕਦਾ ਬੁਢਾਪਾ ਵੀ ਲਗਭਗ ਖਾ ਚੱਲੇ ਹੋਣ, ਪਰ ਜਰਾ ਜਿਹਾ ਗਿਆਨ ਦਾ ਦੀਵਾ ਬਲਿਆ ਨਹੀਂ ਤਾਂ ਇਹ ਗਏ, ਬਸ। ਗੁਰੂ ਦੇ ਸਨਮੁਖ ਸਾਨੂੰ ਇਹ ਦਾਤ ਮਿਲਦੀ ਜੇ, ਸੋਝੀ, ਗਿਆਨ। ਗਿਆਨ ਜਿਵੇਂ ਗਿਆਨ ਹੁੰਦਾ ਸਾਨੂੰ ਸਮਝ ਆ ਜਾਂਦੀ ਕਿ ਜੋ ਮੈਂ ਜੇਬ ਵਿੱਚ ਭਰੀ ਬੈਠਾ ਇਹ ਤਾਂ ਸਿਰਫ ਕਾਗਜ਼ ਦੇ ਨੋਟ ਨੇ, ਹੋਰ ਕੁਛ ਵੀ ਨਹੀਂ ਹੈ। ਇਹਨਾਂ ਨਾਲ ਸਿਰਫ ਚੀਜ਼ਾਂ ਆਉਣੀਆਂ, ਹੋਰ ਕੁਛ ਨਹੀਂ ਮਿਲਣਾ।
ਇਹਨਾਂ ਦਾ ਲੋਭ, ਇਹਨਾਂ ਦਾ ਮੋਹ, ਇਹਨਾਂ ਦਾ ਅਹੰਕਾਰ, ਇਹ ਮੂਰਖਤਾ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ। ਉਸੇ ਵਕਤ ਸਮਝ ਆ ਜਾਏਗੀ। ਸਮਝ ਆਉਣ ਨੂੰ ਸਾਲ ਨਹੀਂ ਲੱਗਦੇ। ਕਈ ਲੋਕ ਆਖਦੇ ਨੇ ਕਿ ਜੀ ਜਿੱਦਾਂ ਜਿੱਦਾਂ ਬੰਦਾ ਸਿਆਣ ਵੱਡਾ ਹੋਏਗਾ ਨਾ, ਬੱਚਾ ਵੱਡਾ ਹੋਏਗਾ, ਸਿਆਣਾ ਹੁੰਦਾ ਜਾਏਗਾ। ਨਹੀਂ, ਇਹ ਗੱਲ ਠੀਕ ਨਹੀਂ ਹੈ। ਬਹੁਤ ਸਾਰੇ ਬੱਚੇ ਵੱਡੇ ਹੋ ਗਏ ਨੇ ਪਰ ਸਿਆਣੇ ਨਹੀਂ ਹੋ ਸਕੇ। ਬਹੁਤ ਸਾਰੇ ਬੱਚੇ ਜਵਾਨ ਸਨ ਤੇ ਬੁੱਢੇ ਹੋ ਗਏ ਪਰ ਸਿਆਣੇ ਨਹੀਂ ਹੋ ਸਕੇ। ਇਸ ਲਈ ਇਸ ਨੂੰ ਸਮਝਣਾ ਕਿ ਸਿਆਣਪ ਉਮਰ ਦੇ ਨਾਲ ਨਹੀਂ ਆਉਂਦੀ। ਉਮਰ ਦੇ ਨਾਲ ਕਦੇ ਸਿਆਣਪ ਨਹੀਂ ਆਉਂਦੀ। ਬਾਬਾ ਬੁੱਢਾ ਜੀ 10-12 ਸਾਲ ਦੇ ਸਨ ਜਦੋਂ ਉਹ ਬੁੱਢੇ ਹੋ ਗਏ। ਛੋਟੇ ਸਾਹਿਬਜ਼ਾਦੇ ਉਹ 5-7 ਸਾਲ ਦੀ ਉਮਰ ਵਿੱਚ, 9-10 ਸਾਲ ਦੀ ਉਮਰ ਵਿੱਚ ਸਿਆਣੇ ਹੋ ਗਏ, ਬੁੱਢੇ ਹੋ ਗਏ। ਇਸ ਲਈ ਉਮਰਾਂ ਦੇ ਨਾਲ ਸਿਆਣਪਾਂ ਨਹੀਂ ਜੇ ਆਉਂਦੀਆਂ। ਸਤਿਗੁਰੂ ਸੋਝੀ ਦਿੰਦੇ, ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਨੂੰ ਸਿਆਣਪ ਆ ਗਈ, ਉਹਨਾਂ ਨੂੰ ਸਮਝ ਆ ਗਈ ਕਿ ਅਸਲ ਵਿੱਚ ਨਿਧਾਨ ਕੀ ਹੈ, ਅਸਲ ਵਿੱਚ ਖਜ਼ਾਨਾ ਕੀ ਹੈ, ਅਸਲ ਵਿੱਚ ਦੌਲਤ ਕੀ ਹੈ। ਸਤਿਗੁਰੂ ਕਹਿੰਦੇ, ਨਾਨਕ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਗੁਰੂ ਦੇ ਸਨਮੁਖ ਹੋਇਆਂ ਇਹ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ ਹੈ। ਪਰ ਜਿਹੜਾ ਬੰਦਾ ਗੁਰੂ ਦੇ ਸਨਮੁਖ ਹੋਣ ਦੀ ਬਜਾਏ ਮਨ ਦੇ ਸਨਮੁਖ ਰਹਿੰਦਾ, ਮਨਮੁਖ, ਸਤਿਗੁਰੂ ਕਹਿੰਦੇ ਉਹ ਇਸ ਖਜ਼ਾਨੇ ਤੋਂ ਕਦੀ ਜਾਣੂ ਨਹੀਂ ਹੋ ਪਾਉਂਦਾ। ਮਨਮੁਖ ਘਰ ਹੁੰਦੀ ਵੱਥ ਨਾ ਜਾਣਨੀ। ਮਨਮੁਖ ਬੰਦਾ ਜੋ ਘਰ ਵਿੱਚ ਹੈ ਉਹ ਵਸਤੂ, ਉਹ ਉਸ ਨੂੰ ਜਾਣ ਹੀ ਨਹੀਂ ਪਾਉਂਦਾ। ਕੋਲ ਹੈ ਨਿਧਾਨ, ਉਹਨੂੰ ਸਮਝ ਹੀ ਨਹੀਂ ਆਉਂਦੀ। ਮਨਮੁਖ ਘਰ ਹੁੰਦੀ ਵੱਥ ਨਾ ਜਾਣਨੀ, ਅੰਧੇ ਭੌਂਕ ਮੂਏ ਬਿਲ ਲਾਏ। ਸਤਿਗੁਰੂ ਕਹਿੰਦੇ ਅਗਿਆਨਤਾ ਵਿੱਚ ਅੰਨਾ ਭੌਂਕਦਾ ਰਹਿੰਦਾ ਹੈ, ਬਿਲ ਲਾਉਂਦਾ, ਤੜਫਦਾ ਰਹਿੰਦਾ ਹੈ, ਪਰ ਪ੍ਰਾਪਤ ਕੁਛ ਨਹੀਂ ਕਰ ਪਾਉਂਦਾ। ਪ੍ਰਾਪਤੀ ਕੁਛ ਨਹੀਂ ਕਰ ਪਾਉਂਦਾ। ਜੋ ਘਰ ਵਿੱਚ ਵਸਤੂ ਹੈ ਉਹ ਨਜ਼ਰ ਨਹੀਂ ਆ ਰਹੀ, ਜੋ ਨਹੀਂ ਹੈ ਉਹ ਦਿਖਾਈ ਦੇ ਰਿਹਾ ਹੈ, ਜਾਂ ਜੋ ਦੂਸਰੇ ਕੋਲ ਹੈ ਉਹ ਨਜ਼ਰ ਆ ਰਿਹਾ ਹੈ। ਤੇ ਇਸ ਤਰ੍ਹਾਂ ਜੋ ਦੂਸਰੇ ਕੋਲ ਹੈ ਉਹ ਪ੍ਰਾਪਤ ਹੋਵੇਗਾ ਨਹੀਂ। ਪ੍ਰਾਪਤ ਹਮੇਸ਼ਾ ਉਹੀ ਹੁੰਦਾ ਜੋ ਕੋਲ ਹੈ, ਜੋ ਘਰ ਹੈ। ਆਪਣੇ ਘਰ ਦਾ ਹੀ ਸੁੱਖ ਹੁੰਦਾ, ਦੂਸਰੇ ਦੇ ਘਰ ਦਾ ਕਦੀ ਸੁੱਖ ਨਹੀਂ ਜੇ ਮਿਲਦਾ। ਦੂਸਰੇ ਦੇ ਘਰ ਦੇ ਵਿੱਚ ਜਿੰਨਾ ਮਰਜ਼ੀ ਸੁੱਖ ਹੋਵੇ, ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਹੋਣ, ਜਿੰਨੀਆਂ ਮਰਜ਼ੀ ਮਹਿੰਗੀਆਂ ਗੱਡੀਆਂ ਖੜੀਆਂ ਹੋਣ, ਦੂਸਰੇ ਘਰ ਦੇ ਵਿੱਚ ਸਾਨੂੰ ਸੁੱਖ ਨਹੀਂ ਦੇ ਸਕਦੀਆਂ। ਕਿਵੇਂ ਦੇਣਗੀਆਂ? ਕਦੇ ਵੀ ਨਹੀਂ। ਇਸ ਲਈ ਉਹਦੇ ਨਾਲ ਈਰਸ਼ਾ ਕਰਨ ਦਾ ਵੀ ਕੋਈ ਫਾਇਦਾ ਨਹੀਂ, ਕੁਛ ਵੀ ਉਹਦੇ ਨਾਲ ਮੋਹ ਪਾਉਣ ਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ ਦੂਸਰੇ ਦੀ ਚੀਜ਼ ਸੁੱਖ ਨਹੀਂ ਦੇ ਸਕਦੀ, ਲਾਭ ਨਹੀਂ ਦੇ ਸਕਦੀ। ਆਪਣੀ ਚੀਜ਼ ਹੀ ਸੁੱਖ ਦਿੰਦੀ ਹੈ। ਆਪਣੇ ਕੋਲ ਭਾਵੇਂ ਥੋੜਾ ਹੋਵੇ ਉਹ ਸੁੱਖ ਦਿੰਦਾ ਹੈ। ਦੂਸਰੇ ਦਾ ਬਹੁਤਾ ਸਾਨੂੰ ਲਾਭ ਨਹੀਂ ਪਹੁੰਚਾ ਸਕਦਾ। ਸਤਿਗੁਰੂ ਕਹਿੰਦੇ ਆਪਣੇ ਘਰ ਵਿੱਚੋਂ ਮਨਮੁਖ ਨੂੰ ਕੁਛ ਨਹੀਂ ਨਜ਼ਰ ਆਉਂਦਾ, ਜਦ ਕਿ ਆਪਣੇ ਘਰ ਵਿੱਚ ਹੀ ਹੈ ਸਭ ਕੁਛ। ਸਤਿਗੁਰੂ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਜਿਹੜਾ ਬਾਹਰ ਲੱਭਦਾ ਹੈ ਉਹ ਭਰਮ ਵਿੱਚ ਪੈਂਦਾ ਹੈ, ਉਹ ਭਟਕਦਾ ਹੈ। ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ, ਆਪਣੇ ਘਰੋਂ ਹੀ ਪਾ ਲਿਆ, ਸਤਿਗੁਰੂ ਕਹਿੰਦੇ ਉਹ ਬੰਦਾ ਸੁਖੀ ਹੋ ਗਿਆ। ਉਹ ਹਰ ਥਾਂ ਸੁਖੀ, ਅੰਤਰ ਬਾਹਰ, ਆਪਣੇ ਘਰ, ਆਪਣੇ ਘਰ ਤੋਂ ਬਾਹਰ, ਆਪਣੇ ਮਨ ਅੰਦਰ ਤੇ ਮਨ ਤੋਂ ਬਾਹਰ। ਉਹ ਮਨ ਤੋਂ ਵੀ ਤਨ ਤੋਂ ਵੀ ਸੁਖੀ, ਉਹ ਘਰ ਤੋਂ ਵੀ ਬਾਹਰ ਤੋਂ ਵੀ ਸੁਖੀ। ਜਿਹਨੂੰ ਸਤਿਗੁਰੂ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਿ ਹਰ ਥਾਂ ਸੁਖੀ।
ਕਿਉਂਕਿ ਉਹ ਖਜ਼ਾਨਾ ਲੱਭ ਪਿਆ ਉਹਨੂੰ, ਮਨਮੁਖ ਨੂੰ ਨਹੀਂ ਲੱਭਾ। ਮਨਮੁਖ ਬਾਹਰ ਤੱਕੀ ਜਾਂਦਾ ਹੈ, ਉਹ ਬਾਹਰ ਦੇਖਦਾ ਫਿਰਦਾ, ਤੇ ਇਸ ਬਾਹਰ ਦੇਖਣ ਦੇ ਚੱਕਰ ਵਿੱਚ ਖਾਲੀ ਰਹਿ ਜਾਂਦਾ। ਮਨਮੁਖ ਘਰ ਹੁੰਦੀ ਵੱਥ ਨਾ ਜਾਣਨੀ, ਅੰਧੇ ਭੌਂਕ ਮੂਏ ਬਿਨ ਲਾਏ। ਸਤਿਗੁਰੂ ਕਹਿੰਦੇ ਅੰਨਾ ਹੈ, ਰੌਲਾ ਪਾਈ ਜਾਂਦਾ ਹੈ, ਚਿল্ਲਾਈ ਜਾਂਦਾ ਹੈ, ਤੜਫੀ ਜਾਂਦਾ ਹੈ, ਪਰ ਹਾਸਲ ਕੁਛ ਨਹੀਂ ਹੁੰਦਾ, ਹਾਸਲ ਕੁਛ ਵੀ ਨਹੀਂ ਹੁੰਦਾ। ਮਹੱਲਾ ਤੀਜਾ। ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਲਿਵ ਲਾਗੀ। ਸਤਿਗੁਰੂ ਕਹਿੰਦੇ ਜਿਹੜੀ ਇਹ ਕਾਇਆ, ਜਿਹੜੀ ਇਹ ਦੇਹੀ ਵਾਹਿਗੁਰੂ ਦੇ ਨਾਮ ਵਿੱਚ ਲੱਗ ਗਈ, ਜੋ ਸੱਚ ਨਾਮ ਸੱਚ ਲੱਗ ਗਈ, ਜਿਹੜੀ ਸੱਚੇ ਨਾਮ ਵਿੱਚ ਲੱਗੀ, ਉਸ ਵਾਹਿਗੁਰੂ ਵਿੱਚ ਜਿਹੜੀ ਜੁੜੀ, ਸਤਿਗੁਰੂ ਕਹਿੰਦੇ ਉਹ ਦੇਹੀ ਨਿਰਮਲ ਹੋ ਗਈ, ਉਹ ਸਰੀਰ ਪਵਿੱਤਰ ਹੋਇਆ। ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲੱਗ ਗਈ, ਸੱਚੇ ਵਾਹਿਗੁਰੂ ਦੇ ਨਾਮ ਵਿੱਚ ਜੋ ਲੱਗੀ। ਵਾਹਿਗੁਰੂ ਵਿੱਚ ਲੱਗਣਾ, ਪਰਮੇਸ਼ਰ ਵਿੱਚ, ਵਾਹਿਗੁਰੂ ਦੇ ਨਾਮ ਵਿੱਚ ਜੁੜਨਾ, ਕਿਉਂਕਿ ਇਹੀ ਸਭ ਤੋਂ ਅਨਮੋਲ ਚੀਜ਼ ਹੈ। ਮਾਇਆ ਵਿੱਚ ਤਾਂ ਹਰ ਬੰਦਾ ਲੱਗਾ, ਕਾਮ ਕ੍ਰੋਧ ਵਿੱਚ ਤਾਂ ਹਰ ਕੋਈ ਲੱਗਾ, ਧੀਆਂ ਪੁੱਤਾਂ ਨੂੰ ਪਾਲਣ ਵਿੱਚ, ਉਹਨਾਂ ਨੂੰ ਸੈੱਟ ਕਰਨ ਵਿੱਚ ਹਰ ਕੋਈ ਲੱਗਾ। ਕੌਣ ਨਹੀਂ ਕਰ ਰਿਹਾ ਹੈ ਐਸਾ? ਕੋਈ ਹੋਵੇਗਾ ਐਸਾ ਕੋਈ ਆਦਮੀ ਜਿਹੜਾ ਐਸਾ ਨਾ ਕਰਦਾ ਹੋਵੇ, ਪਰ ਆਲਮੋਸਟ ਸਭ ਇਹੀ ਕਰ ਰਹੇ ਨੇ, ਲਗਭਗ ਸਭ ਇਹੀ ਕਰਦੇ ਨੇ। ਇਸ ਤੋਂ ਬਿਨਾਂ ਕਿਉਂ ਕਰਦਾ? ਇਸ ਤੋਂ ਬਿਨਾਂ ਕੋਈ ਕੀ ਕਰ ਰਿਹਾ ਹੈ? ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਨਾਮ ਵਿੱਚ ਕੋਈ ਕੋਈ ਲੱਗਾ, ਤੇ ਜਿਹੜਾ ਲੱਗਾ ਉਹ ਪਵਿੱਤਰ ਹੋ ਗਿਆ, ਉਹ ਪਵਿੱਤਰ। ਕੰਚਨ ਕਾਇਆ ਨਿਰਮਲੀ, ਇਹ ਕਾਇਆ ਕੰਚਨ ਜੈਸੀ, ਸੋਨੇ ਜੈਸੀ ਹੋ ਗਈ, ਨਿਰਮਲ ਪਵਿੱਤਰ ਹੋ ਗਈ। ਸੋਨੇ ਨੂੰ ਪਵਿੱਤਰ ਹੋਣ ਲਈ, ਸ਼ੁੱਧ ਹੋਣ ਲਈ ਅੱਗ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। ਅੱਗ ਦਾ ਇੰਨਾ ਕੁ ਸੇਕ ਸਹਿਣਾ ਪੈਂਦਾ ਹੈ ਕਿ ਉਹ ਸਖਤ ਲੋਹਾ ਲਿਕੁਇਡ ਬਣ ਜਾਂਦਾ ਹੈ, ਤਰਲ ਬਣ ਜਾਂਦਾ ਹੈ। ਜਦੋਂ ਪੂਰੀ ਤਰ੍ਹਾਂ ਤਰਲ ਹੋ ਜਾਂਦਾ ਹੈ, ਬਿਲਕੁਲ ਪਤਲਾ ਪਾਣੀ ਵਾਂਗ, ਜਦੋਂ ਤਰਲ ਹੋ ਗਿਆ ਤਾਂ ਉਹਦੇ ਅੰਦਰ ਜੋ ਵੀ ਮਿਲਾਵਟ ਹੁੰਦੀ ਹੈ ਸਭ ਖਤਮ ਹੋ ਜਾਂਦੀ ਹੈ। ਨਿਰਮਲ ਹੋਣ ਲਈ ਉਸ ਨੂੰ ਇਹ ਸੇਕ ਬਰਦਾਸ਼ਤ ਕਰਨਾ ਪੈਂਦਾ ਹੈ, ਤੇ ਜਦੋਂ ਉਹ ਇਹ ਸੇਕ ਬਰਦਾਸ਼ਤ ਕਰ ਲੈਂਦਾ ਹੈ ਤਦੋਂ ਉਹ ਸੋਨਾ ਪੂਰਾ ਹੋ ਜਾਂਦਾ, ਜਿਹਨੂੰ ਆਪਾਂ ਕਹਿੰਦੇ 24 ਕੈਰਟ ਦਾ ਹੋ ਗਿਆ, ਪੂਰਾ ਅਨਮੋਲ। ਉਹਦੇ ਵਿੱਚ ਇੱਕ ਰੱਤੀ ਭਰ ਵੀ ਉਹਦੇ ਵਿੱਚ ਮਿਲਾਵਟ ਨਹੀਂ ਰਹੀ, ਹੁਣ ਸ਼ੁੱਧ ਹੋ ਗਿਆ। ਇਸ ਕਾਇਆ ਨੂੰ, ਇਸ ਮਨ ਨੂੰ ਸ਼ੁੱਧ ਹੋਣ ਵਾਸਤੇ ਇਸ ਤਰ੍ਹਾਂ ਗੁਰੂ ਦੇ ਗਿਆਨ ਰੂਪੀ ਸੇਕ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ। ਜਦੋਂ ਅਸੀਂ ਗੁਰੂ ਦੇ ਗਿਆਨ ਦੇ ਸੇਕ ਨੂੰ, ਗੁਰੂ ਦੇ ਸ਼ਬਦ ਦੇ ਸੇਕ ਨੂੰ ਅਸੀਂ ਸਹਿ ਲੈਂਦੇ ਹਾਂ ਤਾਂ ਨਿਰਮਲ ਹੋ ਜਾਂਦੇ ਹਾਂ, ਕਿਉਂਕਿ ਉਹ ਸੱਚ ਦੀ ਕਸਵੱਟੀ ਹੈ। ਸਤਿਗੁਰੂ ਕਹਿੰਦੇ ਸੱਚ ਨਾਮ ਲਿਵ ਸੱਚ ਲੱਗੀ। ਜਦੋਂ ਸੱਚ ਵਿੱਚ ਲੱਗਾਂਗੇ ਤੇ ਸੱਚ ਦੀ ਕਸਵੱਟੀ ਸਹਿਣੀ ਪਵੇਗੀ, ਉਹਦੇ ਬਰਾਬਰ ਹੋਣਾ ਪਵੇਗਾ, ਫਿਰ ਪਵਿੱਤਰਤਾ ਆਵੇਗੀ। ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਲਿਵ ਲਾਗੀ, ਨਿਰਮਲ ਜੋਤ ਨਿਰੰਜਨ ਪਾਇਆ। ਗੁਰਮੁਖ ਭਰਮ ਪਉ ਭਾਗੀ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰੋਂ ਭਰਮ ਅਤੇ ਭਉ ਨੂੰ, ਮਨ ਦੀ ਭਟਕਣਾ ਅਤੇ ਮਨ ਦੇ ਡਰ ਨੂੰ ਦੂਰ ਕਰ ਲੈਂਦੇ ਨੇ। ਭਰਮ ਵੀ ਦੂਰ ਹੋ ਗਿਆ, ਡਰ ਵੀ ਦੂਰ ਹੋ ਗਿਆ। ਸਤਿਗੁਰੂ ਕਹਿੰਦੇ ਉਹਨਾਂ ਨੇ ਨਿਰਮਲ ਜੋਤ ਨਿਰੰਜਨ ਪਾਇਆ। ਉਹਨਾਂ ਨੇ ਉਸ ਨਿਰੰਜਨ ਵਾਹਿਗੁਰੂ ਨੂੰ, ਜਿਹੜਾ ਨਿਰਮਲ ਹੈ, ਉਸ ਜੋਤ ਸਰੂਪ ਨੂੰ ਆਪਣੇ ਅੰਦਰੋਂ ਪਾ ਲਿਆ। ਭਰਮ, ਮਾਇਆ ਦਾ ਭਰਮ ਕਿ ਮਾਇਆ ਵਿੱਚ ਸੁੱਖ ਹੈ, ਚੀਜ਼ਾਂ ਵਿੱਚ ਸੁੱਖ ਹੈ, ਇਹ ਭਰਮ ਦੂਰ ਹੋਇਆ। ਡਰ ਕਿ ਚੀਜ਼ਾਂ ਚਲੀਆਂ ਜਾਣਗੀਆਂ ਤਾਂ ਸੁੱਖ ਚਲਿਆ ਜਾਏਗਾ। ਜਿਹਦੇ ਮਨ ਅੰਦਰੋਂ ਇਹ ਭਰਮ ਤੇ ਭਉ ਦੂਰ ਹੋ ਗਿਆ, ਉਸ ਬੰਦੇ ਦੇ ਜੀਵਨ ਦੇ ਵਿੱਚ ਨਿਰਮਲ ਜੋਤ ਵਾਹਿਗੁਰੂ ਦੀ ਪ੍ਰਗਟ ਹੋ ਗਈ, ਉਹਦੇ ਅੰਦਰ ਪ੍ਰਗਟ ਹੋਇਆ। ਨਾਨਕ ਗੁਰਮੁਖ ਸਦਾ ਸੁਖ ਪਾਵੈ। ਜਿਹੜੇ ਗੁਰਮੁਖ ਨੇ ਉਹ ਸਦਾ ਸੁਖ ਪਾਉਂਦੇ ਨੇ, ਸਦਾ। ਉਹਨਾਂ ਨੂੰ ਕਦੀ ਦੁੱਖ ਮਿਲਦਾ ਹੀ ਨਹੀਂ, ਹਮੇਸ਼ਾ ਹੀ ਸੁੱਖ ਮਿਲਦਾ ਹੈ। ਨਾਨਕ ਗੁਰਮੁਖ ਸਦਾ ਸੁਖ ਪਾਵੈ,
ਅੰਦਿਨ ਹਰ ਬੈਰਾਗੀ, ਉਹਨਾਂ ਦੇ ਮਨ ਅੰਦਰ ਵੈਰਾਗ ਹੈ, ਮਾਇਆ ਦਾ ਵੈਰਾਗ। ਮਾਇਆ ਦਾ ਵੈਰਾਗ ਦਾ ਰਾਗ ਹੁੰਦਾ ਮੋਹ, ਚੀਜ਼ਾਂ ਦਾ ਪਿਆਰ, ਚੀਜ਼ਾਂ ਦਾ ਮੋਹ, ਰੂਪ ਰੰਗ ਦਾ ਮੋਹ, ਘਰ-ਬਾਰ ਦਾ ਮੋਹ, ਸੰਸਾਰ ਦਾ ਮੋਹ। ਰਾਗ ਚੀਜ਼ਾਂ ਨਾਲ ਜੁੜਨਾ ਰਾਗ, ਤੇ ਵੈਰਾਗ ਚੀਜ਼ਾਂ ਦੇ ਮੋਹ ਤੋਂ ਮੁਕਤ ਹੋ ਜਾਣਾ। ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਮਨ ਅੰਦਰ ਵੈਰਾਗ ਲੱਗਿਆ, ਵੈਰਾਗ ਦਾ ਮਤਲਬ ਇਹ ਨਹੀਂ ਹੈ ਕਿ ਉਹ ਬੰਦਾ ਉਦਾਸ ਰਹਿਣ ਲੱਗ ਪਿਆ, ਕਿ ਉਹ ਪਰਿਵਾਰ ਤੋਂ ਦੁਖੀ ਹੋ ਗਿਆ, ਉਹ ਕੰਮ ਧੰਦਿਆਂ ਤੋਂ ਦੁਖੀ ਹੋ ਗਿਆ। ਉਹ ਉਸ ਚੀਜ਼ ਨੂੰ ਜਾਣ ਲੈਂਦਾ ਕਿ ਇਹਨਾਂ ਵਿੱਚ ਕੁਛ ਨਹੀਂ ਹੈ, ਇਸ ਲਈ ਇਹਨੂੰ ਛੱਡ ਕੇ ਚਲਿਆ ਜਾਵਾਂ ਜਾਂ ਇਹਦੇ ਵਿੱਚ ਰਵਾਂ, ਕੋਈ ਫਰਕ ਨਹੀਂ ਪੈਂਦਾ। ਜੋ ਚੀਜ਼ ਵਿਅਰਥ ਹੀ ਹੈ ਉਹਨੂੰ ਸੁੱਟੋ ਜਾਂ ਨਾ ਸੁੱਟੋ, ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਜੋ ਗਲਤ ਹੈ ਉਹ ਆਪਣੇ ਆਪ ਡਿੱਗ ਜਾਏਗਾ ਤੇ ਜੋ ਸਹੀ ਹੈ ਉਹ ਤੁਹਾਡੇ ਹੱਥ ਵਿੱਚ ਰਹੇਗਾ ਹਮੇਸ਼ਾ। ਗਲਤ ਨੂੰ ਛੱਡਣਾ ਨਹੀਂ ਪੈਂਦਾ, ਗਲਤ ਛੁੱਟ ਜਾਂਦਾ ਹੈ ਆਪਣੇ ਆਪ। ਤੇ ਜੇ ਗਲਤ ਨੂੰ ਛੱਡਣ ਵਾਸਤੇ ਤੁਹਾਨੂੰ ਕੋਸ਼ਿਸ਼ ਕਰਨੀ ਪੈ ਰਹੀ ਹੈ ਤਾਂ ਇਹਦਾ ਮਤਲਬ ਹਾਲੇ ਸੋਝੀ ਨਹੀਂ ਆਈ, ਹਾਲੇ ਗਿਆਨ ਨਹੀਂ ਹੋਇਆ, ਹਾਲੇ ਪੂਰੀ ਤਰ੍ਹਾਂ ਗਿਆਨੀ ਨਹੀਂ ਹੋਏ। ਜਿਸ ਦਿਨ ਸੋਝੀ ਆ ਗਈ ਉਹ ਗਲਤ ਆਪਣੇ ਆਪ ਛੁੱਟ ਜਾਏਗਾ, ਉਹ ਹੱਥੋਂ ਖਿਸਕ ਜਾਏਗਾ। ਜਿਵੇਂ ਹੱਥ ਵਿੱਚ ਪਕੜੀ ਰੇਤ ਖਿਸਕ ਜਾਂਦੀ ਨਾ ਆਪਣੇ ਆਪ, ਇਸ ਤਰ੍ਹਾਂ ਗਲਤ ਆਪਣੇ ਆਪ ਖਿਸਕੇਗਾ ਹੀ ਖਿਸਕੇਗਾ, ਕਿਉਂਕਿ ਉਹਦੇ ਕੋਈ ਸਿਰ ਪੈਰ ਨਹੀਂ ਹੁੰਦੇ, ਉਹ ਟਿਕ ਨਹੀਂ ਸਕਦਾ, ਉਹਦਾ ਕੋਈ ਵਜੂਦ ਆਧਾਰ ਨਹੀਂ ਹੈ। ਉਹਦਾ ਝੂਠ ਦਾ ਕੋਈ ਆਧਾਰ ਹੁੰਦਾ? ਕਦੇ ਵੀ ਨਹੀਂ। ਸੱਚ ਦਾ ਆਧਾਰ ਹੁੰਦਾ, ਇਸ ਲਈ ਸੱਚ ਟਿਕਦਾ। ਝੂਠ ਦਾ ਆਧਾਰ ਨਹੀਂ ਹੁੰਦਾ, ਇਸ ਲਈ ਝੂਠ ਟਿਕਦਾ ਨਹੀਂ। ਸਤਿਗੁਰੂ ਸਮਝਾਉਂਦੇ ਕਿ ਬੈਰਾਗੀ ਦੇ ਮਨ ਅੰਦਰ ਵੈਰਾਗ ਲੱਗਿਆ, ਵੈਰਾਗ ਲੱਗਿਆ। ਉਹ ਮਾਇਆ ਦੇ ਵਿੱਚ ਰਹਿ ਕੇ ਵੀ ਮਾਇਆ ਤੋਂ ਮੁਕਤ ਹੋ ਗਿਆ, ਕਿਉਂਕਿ ਉਹਨੇ ਜਾਣਿਆ ਕਿ ਚੀਜ਼ਾਂ ਦੇ ਮਗਰ ਉਲਝਣ ਦਾ ਕੋਈ ਲਾਭ ਨਹੀਂ ਹੈ। ਇਹਨਾਂ ਨੂੰ ਛੱਡੋ ਜਾਂ ਇਹਨਾਂ ਨੂੰ ਪਕੜੋ, ਕੁਛ ਨਹੀਂ ਦੇਣਗੀਆਂ ਇਹ। ਇਸ ਲਈ ਉਹਨਾਂ ਦੇ ਵਿੱਚ ਰਹਿ ਕੇ ਮੁਕਤ ਹੋ ਜਾਂਦਾ ਹੈ ਬੈਰਾਗੀ। ਸਤਿਗੁਰੂ ਕਹਿੰਦੇ ਨਾਨਕ ਗੁਰਮੁਖ ਸਦਾ ਸੁਖ ਪਾਇਆ, ਉਹਨੇ ਸਦਾ ਸੁਖ ਪਾਇਆ। ਸੱਚ ਨਾਮ ਵਾਹਿਗੁਰੂ ਅੰਦਿਨ ਹਰ ਬੈਰਾਗੀ, ਬੈਰਾਗੀ ਨੇ ਸੁਖ ਪਾ ਲਿਆ। ਪੌੜੀ ਸੇ ਗੁਰਸਿੱਖ ਧਨ ਧਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਉਹ ਗੁਰਸਿੱਖ ਧਨ ਨੇ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ। ਗੁਰੂ ਦਾ ਉਪਦੇਸ਼ ਆਪਾਂ ਕਹਿੰਦੇ ਤਾਂ ਜ਼ਰੂਰ ਹਾਂ ਕਿ ਅਸੀਂ ਸੁਣਦੇ ਹਾਂ। ਸੁਣਨ ਦਾ ਮਤਲਬ ਸਿਰਫ ਸੁਣਨਾ ਨਹੀਂ ਹੁੰਦਾ, ਸੁਣਨ ਦਾ ਮਤਲਬ ਉਸ ਦੇ ਮੁਤਾਬਕ ਤੁਰਨਾ ਹੁੰਦਾ। ਉਹਦੇ ਮੁਤਾਬਕ ਤੁਰਨਾ ਕਿਵੇਂ? ਤੁਸੀਂ ਆਪਣੇ ਘਰ ਗਏ, ਦੁਪਹਿਰ ਦਾ ਵਕਤ ਸੀ, ਗਰਮੀ ਤੋਂ ਬਾਹਰ ਆਏ ਸੀ, ਬਾਹਰੋਂ ਆਏ ਸੀ। ਘਰ ਆ ਕੇ ਤੁਸੀਂ ਆਪਣੀ ਪਤਨੀ ਨੂੰ ਜਾਂ ਆਪਣੇ ਬੱਚੇ ਨੂੰ ਜਾਂ ਘਰ ਵਿੱਚ ਤੁਹਾਡੇ ਜੋ ਨੌਕਰ ਹੈ ਉਸ ਨੂੰ ਕਿਹਾ ਕਿ ਮੈਨੂੰ ਪਾਣੀ ਦਾ ਗਲਾਸ ਦਿਓ। ਉਹਨੇ ਤੁਹਾਡੀ ਗੱਲ ਸੁਣੀ, ਤੁਹਾਡੇ ਵੱਲ ਦੇਖਿਆ, ਦੇਖ ਕੇ ਮੁਸਕਰਾਇਆ, ਉਹ ਫਿਰ ਉੱਥੇ ਬੈਠ ਗਿਆ ਜਿੱਥੇ ਬੈਠਾ ਸੀ। ਉਹ ਬੈਠਾ ਰਿਹਾ। ਤੁਸੀਂ ਦੂਸਰੀ ਵਾਰੀ ਫੇਰ ਕਿਹਾ ਕਿ ਮੈਨੂੰ ਪਾਣੀ ਦਿਓ। ਸੁਣਨ ਵਾਲੇ ਨੇ ਫਿਰ ਸੁਣਿਆ, ਫਿਰ ਤੁਹਾਡੇ ਵੱਲ ਦੇਖਿਆ, ਫਿਰ ਮੁਸਕਰਾਇਆ ਤੇ ਫਿਰ ਉੱਥੇ ਬੈਠਾ ਰਿਹਾ। ਤੁਸੀਂ ਤੀਸਰੀ ਵਾਰੀ ਥੋੜਾ ਜਿਹਾ ਹੁਣ ਐਗਰੈਸ਼ਨ ਨਾਲ, ਤੈਨੂੰ ਸੁਣਿਆ ਨਹੀਂ, ਮੈਂ ਪਾਣੀ ਮੰਗਿਆ। ਇਹਦਾ ਮਤਲਬ ਸੁਣਨ ਦਾ ਮਤਲਬ ਕੀ ਹੋਇਆ? ਸੁਣ ਤਾਂ ਉਹਨੇ ਲਿਆ। ਸੁਣਨ ਦਾ ਮਤਲਬ ਕੀ ਹੈ? ਸੁਣਨ ਦਾ ਮਤਲਬ ਸਿਰਫ ਸੁਣਨਾ ਨਹੀਂ ਹੈ, ਸੁਣਨ ਦਾ ਮਤਲਬ ਉਹਨੂੰ ਕਰਨਾ ਹੈ। ਅਸੀਂ ਸੁਣ ਜਾਂਦੇ ਹਾਂ ਗੁਰੂ ਦਾ ਸ਼ਬਦ, ਸੁਣ ਜਾਂਦੇ ਹਾਂ ਗੁਰੂ ਦਾ ਉਪਦੇਸ਼, ਸੁਣ ਜਾਂਦੇ ਹਾਂ ਹੁਕਮਨਾਮਾ, ਸੁਣ ਜਾਂਦੇ ਹਾਂ ਪਾਠ, ਸੁਣ ਜਾਂਦੇ ਹਾਂ ਕਥਾ ਕੀਰਤਨ, ਪਰ ਕਰਦੇ ਕੱਖ ਵੀ ਨਹੀਂ, ਕਰਦੇ ਕੁਛ ਵੀ ਨਹੀਂ। ਉਸ ਬੱਚੇ ਵਾਂਗ ਜਾਂ ਉਸ ਨੌਕਰ ਵਾਂਗ ਉਹਨੇ ਸੁਣ ਤਾਂ ਲਿਆ ਕਿ ਹਾਂ ਜੀ ਪਾਣੀ ਮੰਗਿਆ, ਬਸ ਸੁਣ ਲਿਆ, ਹਾਂਜੀ ਜੀ ਸੁਣ ਲਿਆ ਜੀ, ਬਹੁਤ ਵਧੀਆ ਗੱਲ ਕਹੀ ਤੁਸੀਂ ਜੀ, ਪਾਣੀ ਚਾਹੀਦਾ। ਅੱਗੇ
ਅੱਗੇ ਕੁਝ ਵੀ ਨਹੀਂ। ਲੋਕੀ ਕਹਿੰਦੇ ਜੀ ਬਹੁਤ ਵਧੀਆ ਕਥਾ ਹੋਈ ਜੀ, ਬਹੁਤ ਵਧੀਆ ਕੀਰਤਨ ਹੋਇਆ ਜੀ, ਬੜਾ ਆਨੰਦ ਆਇਆ ਜੀ, ਬੜਾ ਸੋਹਣਾ ਪਾਠ ਹੋਇਆ ਜੀ, ਬਸ ਅੱਗੇ ਅੱਗੇ ਕੁਝ ਵੀ ਨਹੀਂ, ਅੱਗੇ ਸੁਣਿਆ ਹੀ ਨਹੀਂ। ਇਸ ਲਈ ਸੁਣਨ ਦਾ ਮਤਲਬ ਸਿਰਫ ਸੁਣਨਾ ਨਹੀਂ ਹੁੰਦਾ, ਉਹਨੂੰ ਕਰਨਾ ਹੁੰਦਾ ਹੈ। ਤੇ ਜਿਨ੍ਹਾਂ ਨੇ ਉਹਨੂੰ ਕਮਾਇਆ ਉਹਨਾਂ ਦਾ ਇੱਥੇ ਜ਼ਿਕਰ ਹੈ, ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਗੁਰੂ ਦਾ ਉਪਦੇਸ਼ ਸੁਣਿਆ ਤੇ ਉਹ ਉਸ ਉਪਦੇਸ਼ ਦੇ ਮੁਤਾਬਕ ਚੱਲ ਪਏ, ਉਹ ਧੰਨ ਗੁਰਸਿੱਖ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਗੁਰੂ ਨੇ ਵਾਹਿਗੁਰੂ ਦਾ ਨਾਮ ਦ੍ਰਿੜ ਕੀਤਾ ਉਹਨਾਂ ਦੇ ਅੰਦਰ, ਤੇ ਤਿੰਨ ਹਉਮੈ ਦੁਬਦਾ ਭੰਨੀ। ਗੁਰੂ ਨੇ ਉਹਨਾਂ ਦੇ ਅੰਦਰੋਂ ਹਉਮੈ ਤੇ ਦੁਬਦਾ ਭੰਨ ਦਿੱਤੀ, ਜਿਨ੍ਹਾਂ ਦੇ ਅੰਦਰ ਗੁਰੂ ਦਾ ਉਪਦੇਸ਼ ਗਿਆ, ਜਿਨ੍ਹਾਂ ਨੇ ਕੰਨਾਂ ਰਾਹੀਂ ਗੁਰੂ ਦਾ ਉਪਦੇਸ਼ ਸੁਣਿਆ। ਜਿਹੜਾ ਤੁਰਿਆ ਗੁਰੂ ਦੇ ਉਪਦੇਸ਼ ਮੁਤਾਬਕ, ਉਹਦੀ ਹਉਮੈ ਗਈ, ਉਹਦੇ ਅੰਦਰੋਂ ਦੁਬਦਾ ਗਈ। ਜਿਹਨੇ ਸੁਣ ਕੇ ਅਣਸੁਣਿਆ ਕੀਤਾ, ਉਸ ਦੀ ਹਉਮੈ ਤਾਂ ਉੱਥੇ ਦੀ ਉੱਥੇ ਹੀ ਹੈ। ਇਸ ਲਈ ਸਾਲਾਂ ਤੋਂ ਲੋਕ ਗੁਰਦੁਆਰਿਆਂ ਵਿੱਚ ਜਾ ਰਹੇ ਨੇ, ਪਰ ਲਾਭ ਕੁਛ ਨਹੀਂ ਹੋ ਰਿਹਾ, ਹਉਮੈ ਓਨੀ ਦੀ ਓਨੀ ਹੈ, ਕਿਉਂਕਿ ਸੁਣਿਆ ਹੀ ਨਹੀਂ ਕਦੀ ਗੁਰੂ ਦਾ ਉਪਦੇਸ਼, ਕਦੀ ਉਹਦੇ ਤੇ ਗੌਰ ਹੀ ਨਹੀਂ ਕੀਤਾ, ਬਸ ਸੁਣ ਕੇ ਆ ਗਿਆ ਜੀ, ਬੜਾ ਸਵਾਦ ਆਇਆ ਜੀ ਕੀਰਤਨ ਸੁਣ ਕੇ, ਪਰ ਗੁਰੂ ਦਾ ਉਪਦੇਸ਼ ਕੀਰਤਨ ਵਿੱਚ ਕਿਹਾ ਕਿ ਕੋਈ ਮਤਲਬ ਨਹੀਂ ਕਿਸੇ ਨੂੰ। ਦੁਬਦਾ ਉਹਨਾਂ ਦੀ ਗਈ, ਹਉਮੈ ਉਹਨਾਂ ਦੀ ਗਈ, ਜਿਨ੍ਹਾਂ ਦੇ ਗੁਰੂ ਦਾ ਉਪਦੇਸ਼ ਸੁਣਿਆ। ਬਿਨ ਨਾਮੈ ਕੋ ਮਿੱਤ ਨਹੀਂ, ਇਹ ਸਮਝ ਆ ਗਈ ਉਹਨਾਂ ਨੂੰ ਜਿਨ੍ਹਾਂ ਨੇ ਉਪਦੇਸ਼ ਸੁਣਿਆ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਮਿੱਤਰ ਨਹੀਂ ਹੈ, ਉਹਦੇ ਤੋਂ ਬਿਨਾਂ ਕੋਈ ਸੰਗੀ ਨਹੀਂ ਹੈ। ਬਿਨ ਨਾਮੈ ਕੋ ਮਿੱਤਰ ਨਾਹੀਂ, ਵਿਚਾਰ ਡਿਠਾ ਹਰ ਜੰਨੀ। ਇਹ ਵਿਚਾਰ ਕੇ ਦੇਖ ਲਿਆ, ਜੋ ਤੁਸੀਂ ਉਪਦੇਸ਼ ਸੁਣਿਆ ਗੁਰੂ ਦਾ, ਉਸ ਨੂੰ ਵਿਚਾਰਿਆ ਕਿ ਗੁਰੂ ਨੇ ਜੋ ਗੱਲ ਕਹੀ ਉਹ ਕੀ ਹੈ, ਉਹਦਾ ਮਤਲਬ ਕੀ ਹੈ, ਉਹਦਾ ਭਾਵ ਕੀ ਹੈ, ਉਹਨੂੰ ਵਿਚਾਰਨਾ। ਗੁਰੂ ਨੇ ਕਿਹਾ ਕਿ ਇਸ ਜਗਤ ਵਿੱਚ ਸਿਰਫ ਵਾਹਿਗੁਰੂ ਹੈ ਜਿਹੜਾ ਬੰਦੇ ਦਾ ਸਾਥੀ। ਹੁਣ ਇਸ ਤੇ ਅਸੀਂ ਵਿਚਾਰ ਕਦੋਂ ਕੀਤਾ? ਅਸੀਂ ਇਹਦੇ ਤੇ ਕਦੀ ਨਹੀਂ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਆਪ ਨਾਲ ਕਰਨਾ ਹੁੰਦਾ, ਦੂਸਰਿਆਂ ਨਾਲ ਨਹੀਂ, ਕਿਉਂਕਿ ਇਹ ਡਿਸਕਸ਼ਨ ਕਿਸੇ ਦੂਸਰੇ ਨਾਲ ਹੋ ਨਹੀਂ ਸਕਦੀ। ਕਰ ਵੀ ਲਓਗੇ ਤਾਂ ਕੋਈ ਲਾਭ ਨਹੀਂ ਹੋਣ ਵਾਲਾ, ਕਿਉਂਕਿ ਇਹ ਡਿਸਕਸ਼ਨ ਐਸੀ ਹੈ, ਇਹ ਮਨ ਨਾਲ ਹੋਣੀ ਹੈ, ਇਹ ਦੂਸਰੇ ਨਾਲ ਹੋਣੀ ਹੈ। ਸਤਿਗੁਰੂ ਕਹਿੰਦੇ ਮਨ ਹੀ ਨਾਲ ਮਸਲਤ, ਮਨ ਨਾਲ ਹੋਣੀ ਹੈ ਮਸਲਤ। ਇਹ ਦੂਸਰੇ ਨਾਲ ਲਾਭ ਨਹੀਂ ਹੋਏਗਾ, ਜਿੰਨਾ ਮਰਜ਼ੀ ਕਰ ਲਓ। ਲੋਕੀ ਕਰਦੇ ਨੇ ਬੜੀਆਂ ਵਿਚਾਰਾਂ ਧਰਮ ਦੇ ਸੰਬੰਧ ਵਿੱਚ, ਪਰ ਕੁਛ ਹੁੰਦਾ, ਕੋਈ ਲਾਭ ਹੁੰਦਾ? ਬੜਾ ਡਿਸਕਸ ਕਰਦੇ ਨੇ ਜੀ, ਧਰਮ ਆਹ ਕਹਿੰਦਾ, ਬਾਣੀ ਆਹ ਕਹਿੰਦੀ ਜੀ, ਫਲਾਣਾ ਗ੍ਰੰਥ ਆਹ ਕਹਿੰਦਾ, ਪਰ ਲਾਭ ਕੀ? ਕੁਛ ਵੀ ਨਹੀਂ ਹੁੰਦਾ। ਇਸ ਲਈ ਆਪਣੇ ਆਪ ਨਾਲ ਮਸਲਤ ਕਰਨੀ ਹੈ, ਆਪਣੇ ਆਪ ਨਾਲ ਵਿਚਾਰ ਕਰਨੀ ਇਸ ਦੀ ਕਿ ਗੁਰੂ ਨੇ ਜੋ ਉਪਦੇਸ਼ ਦਿੱਤਾ, ਮੈਂ ਉਹਦੇ ਮੁਤਾਬਕ ਕਿੱਥੇ ਖਲੋਤਾ, ਮੈਂ ਗੁਰੂ ਦੇ ਬਚਨ ਮੁਤਾਬਕ ਕਿੱਥੇ ਕੁ ਸਟੈਂਡ ਕਰਦਾ ਵਾਂ, ਮੇਰਾ ਸਟੈਂਡ ਕੀ ਹੈ। ਵਿਚਾਰੋ ਇਸ ਨੂੰ। ਵਿਚਾਰ ਡਿਠਾ ਹਰ ਜਨੀ, ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ। ਜਿਨ੍ਹਾਂ ਗੁਰਸਿੱਖਾਂ ਦੇ ਉੱਤੇ ਵਾਹਿਗੁਰੂ ਸੰਤੁਸ਼ਟ ਹੋ ਗਿਆ, ਪ੍ਰਸੰਨ ਹੋ ਗਿਆ। ਕਿਉਂ ਖੁਸ਼ ਹੋ ਗਿਆ? ਕਿ ਇਹ ਮੇਰੇ ਉਪਦੇਸ਼ ਮੁਤਾਬਕ ਤੁਰਿਆ, ਇਹਨੇ ਮੇਰੀ ਗੱਲ ਮੰਨੀ, ਸੁਣੀ, ਉਹਨੂੰ ਵਿਚਾਰਿਆ। ਗੁਰੂ ਉਹਦੇ ਤੇ ਪ੍ਰਸੰਨ ਕਿਉਂ ਨਹੀਂ ਹੋਵੇਗਾ? ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਤਿੰਨੀ ਸਤਿਗੁਰੂ ਕੀ ਗੱਲ ਮੰਨੀ। ਉਹਨਾਂ ਨੇ ਗੁਰੂ ਦੀ ਗੱਲ ਨੂੰ ਮੰਨਿਆ, ਜੀਵਨ ਵਿੱਚ ਵਸਾਇਆ। ਜੋ ਗੁਰਮੁਖ ਨਾਮ ਧਿਆਏਂਦੇ, ਤਿੰਨੀ ਚੜੀ ਚਵੱਗਣ ਬੰਨੀ। ਜਿਨ੍ਹਾਂ ਨੇ ਗੁਰਮੁਖਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ, ਸਤਿਗੁਰੂ ਕਹਿੰਦੇ ਉਹਨਾਂ ਨੂੰ ਚੌਗਣਾ ਰੰਗ ਚੜਿਆ। ਚੜੀ ਚਵੱਗਣ ਬੰਨੀ, ਰੰਗ ਰੰਗਤ, ਬੰਨੀ ਰੰਗਤ। ਸਤਿਗੁਰੂ ਕਹਿੰਦੇ ਉਹਨਾਂ ਨੂੰ ਐਸੀ ਰੰਗਤ ਚੜੀ ਕਿ ਗੂੜਾ ਰੰਗ ਚੜ ਗਿਆ ਉਹਨਾਂ ਨੂੰ, ਬੜਾ ਰੰਗ ਚੜਿਆ। ਚੜੀ ਚਵੱਗਣ ਬੰਨੀ, 4 ਗੁਣਾ ਰੰਗਤ ਵੱਧ ਗਈ ਉਹਨਾਂ ਦੀ, ਉਹਨਾਂ ਦਾ ਜੀਵਨ ਬਦਲ ਗਿਆ। ਰੰਗਤ ਤੋਂ ਮਤਲਬ ਇਹ ਨਹੀਂ ਕਿ ਕੋਈ ਵੱਖਰੇ ਹੋ ਗਏ ਉਹ ਦੁਨੀਆ ਨਾਲੋਂ, ਕਿ ਦੁਨੀਆ ਨਾਲੋਂ ਬਿਲਕੁਲ ਅਲੱਗਾ ਹੋ ਗਿਆ, ਨਹੀਂ, ਰਹਿੰਦਾ ਦੁਨੀਆ ਵਿੱਚ ਹੀ ਹੈ, ਪਰ ਰੰਗ ਐਸਾ ਚੜਿਆ ਵਾਹਿਗੁਰੂ ਦੇ ਨਾਮ ਦਾ, ਉਹਦੀ ਬੰਦਗੀ ਦਾ, ਪਰਮੇਸ਼ਰ ਦਾ ਰੰਗ ਚੜਿਆ ਕਿ ਉਹ ਸਭ ਦੇ ਵਿੱਚ ਹੋ ਕੇ ਵੱਖਰਾ ਹੋ ਗਿਆ। ਇਸ ਨੂੰ ਇੰਝ ਸਮਝਣਾ ਕਿ ਜਿਵੇਂ ਅਸੀਂ ਇਹ ਗੱਲ ਕਹਿੰਦੇ ਨਾ ਕਿ ਜਿਹੜਾ ਸਰਦਾਰ ਹੁੰਦਾ ਜੀ, ਉਹ ਲੱਖਾਂ ਵਿੱਚ ਖੜਾ ਹੋਵੇ ਤੇ ਇਕੱਲਾ ਪਛਾਣਿਆ ਜਾਂਦਾ। ਬਸ ਇਸ ਤਰ੍ਹਾਂ ਸਮਝੋ ਕਿ ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹਦਾ, ਉਹ ਭਾਵੇਂ ਕਰੋੜਾਂ ਵਿੱਚ ਖਲੋਤਾ ਹੋਵੇ, ਉਹ ਪਛਾਣਿਆ ਜਾ ਸਕਦਾ।
क्योंकि वो रंग ही ऐसा है। ऐसा नहीं कि ਵੱਖਰਾ रंग हो गया, कोई ਉਹਦਾ रंग लाल पीला हो गया, काला हो गया, नहीं। ਉਹਦੀ ਐਸੀ ਸੋਹਬਤ ਐਸੀ ਹੋ ਜਾਂਦੀ, ਉਹਦੀ ਪਰਸਨੈਲਿਟੀ, ਉਹਦੀ ਸ਼ਖਸੀਅਤ, ਉਹਦੀ ਮੌਜੂਦਗੀ ਐਸੀ ਹੈ ਕਿ ਤੁਹਾਨੂੰ ਅਹਿਸਾਸ ਕਰਾਏਗੀ ਕਿ ਇਹਦੇ ਕੁਛ ਖਾਸ ਹੈ, ਇਹ ਕੁਝ ਵੱਖਰਾ ਹੈ। ਉਹ ਭਗਤ ਹੈ, ਗੁਰਮੁਖ ਹੈ। ਸਤਿਗੁਰੂ ਰਹਿਮਤ ਕਰੇ ਐਸਾ ਰੰਗਤ, ਐਸਾ ਰੰਗ ਉਹਦੇ ਨਾਮ ਦਾ ਸਾਨੂੰ ਪ੍ਰਾਪਤ ਹੋਵੇ ਗੁਰੂ ਦੇ ਕੋਲੋਂ, ਤੇ ਉਹਦੇ ਉਪਦੇਸ਼ ਮੁਤਾਬਕ ਅਸੀਂ ਤੁਰ ਸਕੀਏ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਗਲਤੀਆਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।